ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਸੁਖਮਨੀ ਮਹਲਾ ਪੰਜਵਾਂ। ਸ਼ਲੋਕ। ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰੂਦੇਵੇ ਨਮः। ਇੱਕ ਓੰਕਾਰ ਵਾਹਿਗੁਰੂ ਇੱਕ ਹੈ, ਜੋ ਇੱਕ ਰਸ ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ, ਜੋ ਸਦਾ ਟਿਕੇ ਰਹਿਣ ਵਾਲੇ ਗੁਰੂ ਪਰਮੇਸ਼ਰ ਦੇ ਰਾਹੀਂ ਹੀ ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ। ਰਾਗ ਦਾ ਨਾਮ ਗੌੜੀ ਹੈ ਅਤੇ ਇਹ ਸਮੁੱਚੀ ਰਚਨਾ ਜੋ ਅੱਗੇ ਆਰੰਭ ਹੋ ਰਹੀ ਹੈ, ਇਸ ਦਾ ਨਾਮ ਹੈ ਸੁਖਮਨੀ। ਪਿਆਰ ਸਹਿਤ ਪ੍ਰੇਮੀ ਸੁਖਮਨੀ ਸਾਹਿਬ ਆਖਦੇ ਨੇ। ਉਚਾਰਨ ਕਰਤਾ ਨੇ ਇਸ ਦੇ ਮਹਲਾ ਪੰਜਵਾਂ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ। 24 ਸ਼ਲੋਕਾਂ ਦੇ ਵਿੱਚੋਂ ਸਭ ਤੋਂ ਪਹਿਲਾ ਸ਼ਲੋਕ, ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਉਸ ਕਰਤਾਰ ਨੂੰ, ਗੁਰੂ ਪਰਮੇਸ਼ਰ ਨੂੰ ਆਰਾਧਦੇ ਨੇ, ਉਹਨਾਂ ਦਾ ਮੰਗਲ ਕਰਦੇ ਹਨ। ਆਦਿ ਗੁਰੂ ਨਮੈ, ਮੇਰੀ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ। ਜੁਗਾਦ ਗੁਰੇ ਨਮੈ, ਜੋ ਸਭ ਦਾ ਮੁੱਢ ਹੈ, ਜੁਗਾਂ ਤੋਂ ਲੈ ਕੇ ਜੋ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਸਤਿਗੁਰੇ ਨਮੈ, ਸਤਿਗੁਰੂ ਨੂੰ ਮੇਰੀ ਨਮਸਕਾਰ ਹੈ। ਸ੍ਰੀ ਗੁਰੂਦੇਵ ਨਮੈ, ਸ੍ਰੀ ਗੁਰੂਦੇਵ ਜੀ ਨੂੰ ਮੇਰੀ ਨਮਸਕਾਰ ਹੈ। ਸਮੁੱਚੇ ਰੂਪ ਦੇ ਵਿੱਚ ਸ਼ਲੋਕ ਦਾ ਭਾਵ ਹੈ, ਗੁਰੂ ਪਰਮੇਸ਼ਰ ਨੂੰ ਮੇਰੀ ਅਦਬ ਦੇ ਨਾਲ ਨਮਸਕਾਰ ਹੈ, ਮੈਂ ਉਸ ਦਾ ਆਰਾਧਨ ਕਰਦਾ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੇ ਮਿਟਾਵਉ। ਪਹਿਲੀ ਜੋ ਅਸ਼ਟਪਦੀ ਆਰੰਭ ਹੁੰਦੀ ਹੈ ਸ਼ਲੋਕ ਦੇ ਨਾਲ 8 ਪਦ, 8 ਪਦਾਂ ਦੇ ਵਿੱਚੋਂ ਜੋ ਇਹ ਪਹਿਲਾ ਸ਼ਲੋਕ ਹੈ, ਸਤਿਗੁਰੂ ਪਾਤਸ਼ਾਹ ਇੱਥੇ ਬੇਨਤੀ ਰੂਪ ਦੇ ਵਿੱਚ ਵਚਨ ਕਰਦੇ ਨੇ। ਮੇਰੀ ਭਾਵਨਾ ਹੈ, ਮੇਰੀ ਰੀਝ ਹੈ, ਸਿਮਰਉ ਸਿਮਰ ਸਿਮਰ ਸੁਖ ਪਾਵਉ, ਮੈਂ ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਪ੍ਰਾਪਤ ਕਰਾਂ। ਕਲ ਕਲੇਸ਼ ਤਨ ਮਾਹੇ ਮਿਟਾਵੋਂ, ਤੇ ਇਸ ਤਰ੍ਹਾਂ ਕਰਕੇ ਸਰੀਰ ਦੇ ਵਿੱਚ ਜਿਹੜੇ ਕਲ ਕਲੇਸ਼ ਨੇ, ਦੁੱਖ ਹਨ, ਵਿਖਾਦ ਹਨ, ਉਹਨਾਂ ਨੂੰ ਮੈਂ ਮਿਟਾ ਲਵਾਂ, ਮੈਂ ਦੂਰ ਕਰ ਲਵਾਂ। ਭਾਵ ਇਸ ਦਾ ਇਹ ਹੈ ਕਿ ਕਰਤਾਰ ਦਾ, ਵਾਹਿਗੁਰੂ ਦਾ ਸਿਮਰਨ ਕਰਨ ਦੇ ਸਦਕਾ ਸਾਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ, ਤੇ ਸਰੀਰ ਦੇ ਵਿੱਚ ਜਿਹੜੇ ਕਲ ਕਲੇਸ਼ ਵਿਖਾਦ ਆਦਿ ਹਨ, ਇਹ ਸਾਰੇ ਖਤਮ ਹੋ ਜਾਂਦੇ ਨੇ, ਮਿਟ ਜਾਂਦੇ ਨੇ। ਸਿਮਰਉ ਜਾਸ ਬਿਸੰਭਰ ਏਕੈ, ਨਾਮ ਜਪਤ ਅਗਣਤ ਅਨੇਕੈ। ਮੈਂ ਉਸ ਨੂੰ ਸਿਮਰਾਂ, ਬਿਸ਼ਵੰਬਰ ਨੂੰ, ਜੋ ਜਗਤ ਦਾ ਪਾਲਕ ਹੈ, ਜਿਸ ਦਾ ਨਾਮ ਸਾਰੇ ਹੀ ਜਪਦੇ ਹਨ। ਵੇਦ ਪੁਰਾਣ ਸਿਮਰਿਤ ਸੋਧਾਖਰ, ਕੀਨੇ ਰਾਮ ਨਾਮ ਏਕ ਅੱਖਰ। ਧਰਮ ਗ੍ਰੰਥ, ਵੇਦ ਪੁਰਾਣ ਤੇ ਸਿਮਰਤੀਆਂ, ਜਿਨ੍ਹਾਂ ਸਾਰਿਆਂ ਨੇ ਕੀਨੇ ਰਾਮ ਨਾਮ ਏਕ ਅੱਖਰ, ਇਹਨਾਂ ਸਾਰਿਆਂ ਨੇ ਸ਼੍ਰੀ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨਾਵੈ। ਜਿਸ ਮਨੁੱਖ ਦੇ ਜੀ ਦੇ ਵਿੱਚ, ਹਿਰਦੇ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਥੋੜਾ ਜਿਹਾ ਵੀ ਆਪਣਾ ਨਾਮ ਵਸਾ ਦਿੰਦਾ ਹੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਉਸ ਦੀ ਵਡਿਆਈ ਜਿਹੜੀ ਹੈ, ਮਹਿਮਾ ਗਣੀ ਨਾ ਆਵੈ, ਗਣੀ ਨਹੀਂ ਜਾ ਸਕਦੀ, ਜ਼ਿਕਰ ਨਹੀਂ ਕੀਤੀ ਜਾ ਸਕਦੀ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਓਨ ਸੰਗ ਮੋਹੇ ਉਧਾਰੋ। ਇਹ ਅਕਾਲ ਪੁਰਖ ਜੀ, ਜਿਹੜੇ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਨੇ, ਕਾਂਖੀ ਏਕੈ ਦਰਸ਼ ਤੁਹਾਰੋ, ਕਾਂਖੀ ਤੋਂ ਭਾਵ ਹੈ ਚਾਹਵਾਨ, ਇੱਛਕ ਹੋਣਾ, ਜਿਹੜੇ ਤੁਹਾਡੇ ਦਰਸ਼ਨਾਂ ਦੇ ਚਾਹਵਾਨ ਨੇ ਸਦਾ, ਨਾਨਕ ਓਨ ਸੰਗ ਮੋਹੇ ਉਧਾਰੋ, ਤੁਸੀਂ ਕਿਰਪਾ ਕਰੋ ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਵੀ ਸੰਸਾਰ ਸਾਗਰ ਤੋਂ ਬਚਾ ਲਵੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾ। ਸੁਖਮਣੀ, ਸੁਖਮਣੀ ਤੋਂ ਭਾਵ ਹੈ ਸੁੱਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁਖ। ਸਤਿਗੁਰੂ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਧੰਨ ਗੁਰੂ ਅਰਜਨ ਸਾਹਿਬ, ਪ੍ਰਭੂ ਦਾ ਅਮਰ ਕਰਨ ਵਾਲਾ ਜੋ ਅੰਮ੍ਰਿਤ ਨਾਮ ਹੈ, ਸੁਖਦਾਈ ਨਾਮ, ਇਹ ਸਭ ਸੁੱਖਾਂ ਦੀ ਮਣੀ ਹੈ। ਭਾਵ ਸੰਸਾਰ ਦੇ ਸਾਰੇ ਸੁਖ ਜਿਤਨੇ ਨੇ, ਲੋਕ ਅਤੇ ਪਰਲੋਕ ਦੇ ਸਾਰੇ ਸੁਖ ਨੇ ਜਿਹੜੇ, ਉਹ ਇਸ ਦੇ ਨਾਲ ਜੁੜੇ ਹੋਏ ਨੇ। ਭਗਤ ਜਨਾਂ ਕੈ ਮਨ ਬਿਸਰਾਮ,
ਤੇ ਇਸ ਨਾਮ ਦਾ ਜਿਹੜਾ ਟਿਕਾਣਾ ਹੈ ਇਹ ਭਗਤਾਂ ਦੇ, ਗੁਰਸਿੱਖਾਂ ਦੇ, ਪ੍ਰਭੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਹੈ। ਇਹ ਰਹਾਉ ਦੀਆਂ ਦੋ ਪੰਕਤੀਆਂ ਇਉਂ ਜੇ ਕਿਹਾ ਜਾਵੇ ਕਿ ਸਾਰੇ ਸੁਖਮਣੀ ਸਾਹਿਬ ਦਾ ਇਹ ਕੇਂਦਰੀ ਭਾਵ ਨੇ, ਤਾਂ ਇਹ ਕੇਂਦਰੀ ਭਾਵ ਹਨ। ਧਿਆਨ ਰੱਖ ਕੇ ਅੱਗੇ ਚੱਲਣ ਦਾ ਯਤਨ ਕਰਨਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਧਿਆਨ ਕਰਨਾ, ਪਾਠ ਕਰਨ ਲੱਗਿਆਂ ਸਿਮਰਨ ਦੇ ਨੰਨੇ ਨੂੰ ਸਿਹਾਰੀ ਹੈ ਤੋਂ ਭਾਵ ਹੈ ਪ੍ਰਭੂ ਦੇ ਸਿਮਰਨ ਕਰਨ ਨਾਲ ਗਰਭ ਨਾ ਬਸੈ, ਜੀਵ ਗਰਭ ਵਿੱਚ ਨਹੀਂ ਵਸਦਾ, ਭਾਵ ਜਨਮ ਵਿੱਚ ਨਹੀਂ ਆਉਂਦਾ, ਭਾਵ ਜੰਮਣ ਮਰਨ ਤੋਂ ਬਚ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਦੁੱਖ ਅਤੇ ਜਮ ਦਾ ਜਿਹੜਾ ਡਰ ਹੈ ਉਹ ਨਸ ਜਾਂਦਾ, ਖਤਮ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਮੌਤ ਦਾ ਜਿਹੜਾ ਭੈ ਹੈ ਇਹ ਵੀ ਪਰਾਂ ਚਲਾ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁਸ਼ਮਣ ਜਿਹੜਾ ਹੈ ਉਹ ਵੀ ਟਲ ਜਾਂਦਾ ਹੈ। ਦੁਸ਼ਮਣ ਹੈ ਵਿਕਾਰ ਰੂਪੀ, ਵਿਕਾਰਾਂ ਰੂਪੀ ਦੁਸ਼ਮਣ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਿਸੇ ਪ੍ਰਕਾਰ ਦੀ ਸਾਡੇ ਆਤਮਿਕ ਜ਼ਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਮਨੁੱਖ ਸਦਾ ਸੁਚੇਤ ਰਹਿੰਦਾ ਹੈ, ਵਿਕਾਰਾਂ ਵੱਲੋਂ ਸਾਵਧਾਨ ਰਹਿੰਦਾ ਹੈ, ਜ਼ਿੰਦਗੀ ਵਿੱਚ ਉਸ ਨੂੰ ਫਿਰ ਟਪਲਾ ਨਹੀਂ ਲੱਗਦਾ। ਪ੍ਰਭ ਕੈ ਸਿਮਰਨ ਭਉ ਨਾਮ ਵਿਆਪੈ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਿਸੇ ਪ੍ਰਕਾਰ ਦਾ ਡਰ ਜਿਹੜਾ ਹੈ ਇਹ ਜੀਵ ਦੇ ਉੱਪਰ ਨਹੀਂ ਵਿਆਪਦਾ, ਪ੍ਰਭਾਵੀ ਹੁੰਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਨਾ ਹੀ ਕਿਸੇ ਪ੍ਰਕਾਰ ਦਾ ਦੁੱਖ ਜਿਹੜਾ ਹੈ ਉਹ ਸੰਤਾਪਦਾ ਹੈ, ਭਾਵ ਦੁੱਖ ਦੁਖੀ ਕਰਦਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਾਰੇ ਰੰਗ। ਇਸ ਦੂਸਰੇ ਪਦ ਦੇ ਅੰਤ ਵਿੱਚ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਭੂ ਦਾ ਜਿਹੜਾ ਸਿਮਰਨ ਹੈ, ਅਕਾਲ ਪੁਰਖ ਜੀ ਦਾ ਸਿਮਰਨ ਹੈ, ਇਹ ਸਾਧ ਕੈ ਸੰਗ, ਸਾਧ ਗੁਰੂ ਦੀ ਸੰਗਤ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਸਰਬ ਨਿਧਾਨ ਨਾਨਕ ਹਰੇ ਰੰਗ, ਇਹ ਜਿਹੜਾ ਨਾਮ ਸਿਮਰਨ ਹੈ, ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਇਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਤੇ ਮਨੁੱਖ ਜਿਸ ਵੇਲੇ ਉਸ ਦੇ ਪਿਆਰ ਦੇ ਵਿੱਚ ਆਉਂਦਾ ਹੈ ਤੇ ਉਸ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋਏ ਹੋਏ ਪ੍ਰਤੀਤ ਹੁੰਦੇ ਹਨ। ਅੱਗੇ ਵਧਣ ਤੋਂ ਪਹਿਲਾਂ ਸੰਖੇਪ ਦੀ ਵਿਚਾਰ ਅਸੀਂ ਸਿਮਰਨ ਦੇ ਬਾਬਤ ਕਰ ਲਈਏ। ਸਿਮਰਨ ਤੋਂ ਇੱਥੇ ਭਾਵ ਹੈ ਵਾਹਿਗੁਰੂ ਦੀ ਯਾਦ ਨੂੰ ਆਪਣੀ ਸਿਮਰਤੀ ਦਾ ਹਿੱਸਾ ਬਣਾ ਲੈਣਾ, ਸਦਾ ਉਸ ਨੂੰ ਆਪਣੇ ਚੇਤੇ ਵਿੱਚ ਰੱਖਣਾ, ਸਦਾ ਉਸ ਨੂੰ ਆਪਣੀ ਸਿਮਰਤੀ ਵਿੱਚ ਰੱਖਣਾ। ਸਿਮਰਤੀ ਦੇ ਵਿੱਚ ਜਿਸ ਵੇਲੇ ਧਿਆਨ ਦੇ ਵਿੱਚ ਟਿਕਿਆ ਰਹਿੰਦਾ ਹੈ ਪਰਮੇਸ਼ਰ ਵਾਹਿਗੁਰੂ, ਤੇ ਮਨੁੱਖ ਦਾ ਲਗਾਤਾਰ ਉਸ ਦੇ ਨਾਲ ਪਿਆਰ ਬਣਿਆ ਰਹਿੰਦਾ ਹੈ, ਸਾਂਝ ਬਣੀ ਰਹਿੰਦੀ ਹੈ। ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪਿਆਰ ਬਣਿਆ ਰਹਿੰਦਾ ਹੈ, ਉਸ ਦੀ ਬਦੌਲਤ ਮਨੁੱਖ ਨੂੰ ਐਸਾ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਉਹਨਾਂ ਪ੍ਰਾਪਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਇਹਨਾਂ ਸੰਸਾਰੀ ਖਜ਼ਾਨਾਂ ਦਾ, ਲੋਕ ਦੇ ਸੁੱਖਾਂ ਦਾ ਤੇ ਪ੍ਰਲੋਕ ਦੇ ਸੁੱਖਾਂ ਦਾ ਇਹੋ ਜ਼ਿਕਰ ਕਰਦੇ ਚਲੇ ਜਾ ਰਹੇ ਨੇ। ਪਹਿਲੇ ਸ਼ਲੋਕ ਦੇ ਇਹ ਤੀਸਰਾ ਪਦ, ਭਾਵ ਪਹਿਲੀ ਅਸ਼ਟਪਦੀ ਦਾ ਇਹ ਤੀਸਰਾ ਪਦ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ 9 ਖਜ਼ਾਨੇ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਸਿਮਰਨ ਵਿੱਚ ਹੀ ਗਿਆਨ ਹੈ, ਇੱਥੇ ਹੀ ਧਿਆਨ ਸੁਰਤੀ ਦਾ ਟਿਕਾਓ ਹੈ, ਤਤ ਬੁੱਧ ਤੇ ਜਗਤ ਦੇ ਮੂਲ ਜਿਹੜਾ ਹਰੀ ਹੈ ਉਸ ਦੀ ਸਮਝ ਵਾਲੀ ਬੁੱਧੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਜੋ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਜਪ ਤਪ ਤੇ ਦੇਵ ਪੂਜਾ ਆਦਿਕ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਇਸ ਪ੍ਰਕਾਰ ਦੀ ਸੁਰਤੀ ਆ ਜਾਂਦੀ ਹੈ, ਸੁਰਤੀ ਦਾ ਵਿਕਾਸ ਹੋ ਜਾਂਦਾ ਹੈ ਕਿ ਕਿਸੇ ਹੋਰ ਜਪ ਤਪ ਦੀ ਲੋੜ ਨਹੀਂ ਰਹਿੰਦੀ, ਤੇ ਨਾ ਹੀ ਸਿਮਰਨ ਕਰਨ ਦੇ ਨਾਲ ਕਿਸੇ ਹੋਰ ਦੀ ਹੋਂਦ ਦਾ ਖਿਆਲ ਹੀ ਮਨ ਦੇ ਵਿੱਚ ਰਹਿ ਜਾਂਦਾ ਹੈ, ਭਾਵੇਂ ਉਹ ਦੇਵਤਾ ਹੈ, ਭਾਵੇਂ ਕੋਈ ਮਨੁੱਖ ਹੈ, ਤੇ ਭਾਵੇਂ ਕੋਈ ਕੁਛ ਹੋਰ ਹੈ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਮਨੁੱਖ ਜਿਹੜੇ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਹਨ ਅਸਲ ਵਿੱਚ ਉਹ ਤੀਰਥ ਇਸ਼ਨਾਨੀ ਨੇ। ਤੀਰਥ ਇਸ਼ਨਾਨੀ ਤੋਂ ਭਾਵ ਹੈ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਹੋਰ ਥਾਵਾਂ ਤੇ ਗੁਰਬਾਣੀ ਦੇ ਵਿੱਚ, ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉਮੈ ਮੈਲ ਚੁਕਾਇਆ। ਉਹ ਆਪਣੇ ਅੰਦਰੋਂ ਅੰਤਰਗਤ ਤੀਰਥ ਮਲ ਨਹਾਓ, ਉਹ ਇਸ ਪ੍ਰਕਾਰ ਆਪਣੇ ਅੰਦਰੋਂ ਹਿਰਦੇ ਦੀ ਸਫਾਈ ਕਰ ਲੈਂਦੇ ਹਨ, ਉਹ ਅਸਲੀ ਤੀਰਥ ਇਸ਼ਨਾਨੀ ਹਨ। ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਤੇ ਵਾਹਿਗੁਰੂ ਜੀ ਦੇ ਸਿਮਰਨ ਦੇ ਸਦਕਾ ਦਰਗਾਹ ਦੇ ਵਿੱਚ, ਭਾਵ ਪ੍ਰਭੂ ਪਰਮੇਸ਼ਰ ਦੇ ਪਾਸ ਉਹਨਾਂ ਦੀ ਮਾਨਤਾ ਹੁੰਦੀ ਹੈ।
ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਫਿਰ ਬਿਰਤੀ ਦਾ ਇਸ ਪ੍ਰਕਾਰ ਦਾ ਵਿਕਾਸ ਹੁੰਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ, ਜੋ ਕੁਝ ਵੀ ਵਾਪਰ ਰਿਹਾ ਹੁੰਦਾ ਹੈ, ਉਹ ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਇਸ ਪ੍ਰਕਾਰ ਦੀ ਸੋਚ ਬਣਦੀ ਹੈ। ਪ੍ਰਭ ਕੈ ਸਿਮਰਨ ਸੁਫਲ ਫਲਾ। ਤੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸੁਫਲ ਫਲਾ ਤੋਂ ਭਾਵ ਹੈ ਜਿਹੜਾ ਮਨੁੱਖਾ ਜੀਵਨ ਦਾ ਉੱਚਾ ਮਨੋਰਥ ਹੈ ਨਾ, ਉਹ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਸੇ ਸਿਮਰੈ ਜਿਨ ਆਪ ਸਿਮਰਾਏ। ਪਰ ਇਹ ਸਿਮਰਨ ਕੌਣ ਕਰਦਾ ਹੈ? ਜਿਸ ਦੇ ਉੱਪਰ ਕਰਤਾਰ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਨਾਨਕ ਤਾਂ ਕੈ ਲਾਗੂ ਪਾਏ। ਤੇ ਅਸੀਂ ਉਸ ਦੇ ਪੈਰੀ ਲੱਗਦੇ ਹਾਂ, ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਕਿਹਨਾਂ ਦੇ ਪੈਰੀ ਲੱਗਦੇ ਹਾਂ? ਲੱਗਣਾ ਚਾਹੁੰਦੇ ਹਾਂ ਅਸੀਂ ਜਿਹੜੇ ਤੇਰਾ ਸਿਮਰਨ ਕਰਦੇ ਹਨ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਭੂ ਦਾ ਸਿਮਰਨ ਕਰਨਾ ਜਿਹੜਾ ਹੈ ਨਾ, ਇਹ ਸਾਰੇ ਆਰਾਂ ਦੇ ਨਾਲੋਂ, ਸਾਰੇ ਉਦਮਾਂ ਦੇ ਨਾਲੋਂ ਬਿਹਤਰ ਉਦਮ ਹੈ। ਇਹ ਸ੍ਰੇਸ਼ਟ ਉਦਮ ਹੈ, ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਉਧਰੇ ਮੂਚਾ। ਸਿਮਰਨ ਕਰਨ ਨਾਲ ਮਨੁੱਖ ਜਿਹੜੇ ਨੇ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਸਿਮਰਨ ਕਰਨ ਦੇ ਨਾਲ ਮਾਇਕ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਹੈ ਬੁਝ ਜਾਂਦੀ ਹੈ। ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਤੇ ਮਾਇਕ ਪਦਾਰਥਾਂ ਦਾ ਅਸਲ ਵਿੱਚ ਇਹਨਾਂ ਦੀ ਹਕੀਕਤ ਕੀ ਹੈ, ਇਸ ਦੇ ਬਾਬਤ ਸੋਝੀ ਹੋ ਜਾਂਦੀ ਹੈ ਕਿ ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਵਾਲੀ ਗੱਲ ਹੈ। ਜਾਂ ਜਿਵੇਂ ਮਾਨਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਨੇ, ਬਾਦਸ਼ਾਹੀ ਏ ਈ ਜਹਾਂ ਜੁਦ ਸ਼ੋਰ ਉਹ ਗੌਗਾ ਬੇਸ਼ ਨੇਸ। ਇਹ ਜੋ ਕੁਝ ਵੀ ਹੈ ਪਦਾਰਥ, ਮਾਇਕ ਪਦਾਰਥ ਨੇ, ਇਹ ਸਾਰਾ ਕੁਝ ਇੱਕ ਸ਼ੋਰ ਸ਼ਰਾਬੇ ਤੋਂ ਵੱਧ ਹੋਰ ਕੁਝ ਨਹੀਂ ਲੱਗਦਾ। ਕਿਹਨਾਂ ਨੂੰ ਨਹੀਂ ਲੱਗਦਾ? ਪੇਸ਼ ਦਰਵੇਸ਼ੇ ਕੋ ਅਜ਼ਮੁੱਦਹਾ ਖਾਹਤ ਗੁਜ਼ਸ਼ਤ। ਜਿਨ੍ਹਾਂ ਦੇ ਅੰਦਰੋਂ ਨਾ ਖਾਸ਼ਾਂ ਦਾ ਮੁੱਦਾ ਲੰਘ ਗਿਆ, ਖਤਮ ਹੋ ਗਿਆ, ਔਰ ਜਿਹੜੇ ਕੇਵਲ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜੇ ਰਹਿੰਦੇ ਨੇ। ਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਨਾ ਹੀ ਜਮ ਦਾ ਕੋਈ ਡਰ ਰਹਿ ਜਾਂਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ। ਤੇ ਹਰ ਪ੍ਰਕਾਰ ਦੀ ਜਿਹੜੀ ਆਸ ਹੈ ਨਾ, ਇਹ ਪੂਰੀ ਹੋ ਜਾਂਦੀ ਹੈ। ਤੇ ਮੈਨੂੰ ਖਿਮਾ ਕਰਨੀ, ਆਸ ਪੂਰੀ ਹੋ ਜਾਣ ਵਾਲੀ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਇੱਥੇ ਵਚਨ ਕੀਤਾ ਹੈ ਨਾ, ਭਾਵ ਹੈ ਮਨ ਰਾਜੀ ਇੰਨਾ ਜਾਂਦਾ ਹੈ ਕਿ ਜਾਗਿਆ ਹੋਇਆ ਮਨੁੱਖ ਕਿਸੇ ਪ੍ਰਕਾਰ ਦੀ ਆਸਾ ਆਪਣੇ ਹਿਰਦੇ ਵਿੱਚ ਰੱਖਦਾ ਹੀ ਨਹੀਂ ਹੈ। ਜਿਵੇਂ ਸਤਿਗੁਰੂ ਕਹਿੰਦੇ ਨੇ, ਆਸਾ ਆਸ ਕਰੇ ਸਭ ਕੋਈ, ਪਰ ਹੁਕਮੇ ਬੂਝੇ ਨਿਰਾਸ਼ਾ ਹੋਈ। ਜਿਵੇਂ ਹੁਕਮ ਨੂੰ ਬੁੱਝ ਲੈਂਦਾ ਹੈ, ਵਾਹਿਗੁਰੂ ਦੇ ਨਾਲ ਜੁੜਦਾ ਹੈ, ਤੇ ਆਸ ਰਹਿਤ ਹੋ ਜਾਂਦਾ। ਉਹਦੇ ਅੰਦਰ ਕਿਸੇ ਪ੍ਰਕਾਰ ਦੀ ਆਸ ਵਾਲੀ ਜਿਹੜੀ ਗੁੰਜਾਇਸ਼ ਹੈ ਉਹ ਪੈਦਾ ਹੀ ਨਹੀਂ ਹੁੰਦੀ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਜਿੱਥੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਉੱਥੇ ਨਾਮ ਰੂਪੀ ਜੋ ਅੰਮ੍ਰਿਤ ਹੈ ਉਹ ਹਿਰਦੇ ਵਿੱਚ ਟਿਕ ਜਾਂਦਾ ਹੈ, ਹਿਰਦੇ ਵਿੱਚ ਅਪੀਅਰ ਹੋ ਜਾਂਦਾ ਹੈ। ਹਿਰਦੇ ਵਿੱਚ ਸਾਡੇ ਅੰਗ ਅੰਗ ਦੇ ਵਿੱਚ, ਜੀਵਨ ਦੇ ਹਰ ਸਵਾਸ ਦੇ ਵਿੱਚ, ਜੀਵਨ ਦੇ ਹਰ ਐਕਸ਼ਨ ਦੇ ਵਿੱਚ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਿਹੜਾ ਹੈ ਨਾ, ਉਹ ਸਿੰਚਿਆ ਜਾਂਦਾ ਹੈ। ਪ੍ਰਭ ਜੀ ਬੱਸਾਂ ਹੈ ਸਾਧ ਕੀ ਰਸਨਾ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਜਿਹੜੇ ਪ੍ਰਭੂ ਜੀ ਨੇ, ਕਰਤਾਰ ਹੈ ਸ੍ਰੀ ਅਕਾਲ ਪੁਰਖ ਜੀ ਨੇ, ਸ੍ਰੀ ਵਾਹਿਗੁਰੂ ਜੀ ਨੇ, ਇਹਨਾਂ ਦੇ ਗੁਣ, ਇਹਨਾਂ ਦੀਆਂ ਵਡਿਆਈਆਂ ਕਿੱਥੇ ਵਸਦੀਆਂ ਨੇ? ਸਾਧ ਕੀ ਰਸਨਾ, ਗੁਰੂ ਦੀ ਰਸਨਾ ਤੇ ਜਾਂ ਗੁਰੂ ਪਿਆਰਿਆਂ ਦੀਆਂ ਰਸਨਾ ਤੇ ਵਸਦੇ ਹਨ। ਨਾਨਕ ਜਨ ਕਾ ਦਾਸਨ ਦਸਨਾ। ਸਤਿਗੁਰੂ ਕਹਿੰਦੇ ਨੇ, ਸਾਡੀ ਰੀਝ ਇਹ ਹੈ, ਐਸੇ ਗੁਰਮੁਖਾਂ ਦੇ ਦਾਸਾਂ ਦਾ ਮੈਂ ਦਾਸ ਬਣ ਜਾ, ਮੈਂ ਸੇਵਕਾਂ ਦਾ ਸੇਵਕ ਬਣ ਜਾਵਾਂ। ਪੰਜਵਾਂ ਪਦ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਫਿਰ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਜਿਹੜੇ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉਹਦੀ ਸਿਮਰਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਨੇ, ਉਹਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਨੇ, ਆਪਣੇ ਜੀਵਨ ਦਾ ਅੰਗ ਬਣਾ ਕੇ ਚੱਲਦੇ ਨੇ। ਸੇ ਧਨਵੰਤੇ, ਅਸਲ ਵਿੱਚ ਉਹ ਧਨਾੜ ਹਨ। ਪ੍ਰਭ ਕੋ ਸਿਮਰੈ ਸੇ ਪਤਵੰਤੇ, ਉਹ ਪਤ ਵਾਲੇ ਹਨ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਉਹ ਮੰਨੇ ਪਰਮੰਨੇ ਹੋ ਜਾਂਦੇ ਨੇ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਔਰ ਧਰਮ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਪੁਰਖ, ਸਭ ਤੋਂ ਚੰਗੇ ਪੁਰਖ ਉਹਨਾਂ ਨੂੰ ਕਿਹਾ ਜਾਂਦਾ ਹੈ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਜਿਹੜੇ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮੁਹਤਾਜਗੀ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ।
ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਮੁਤਾਜੀ ਹੋਣੀ ਤਾਂ ਦੂਰ ਦੀ ਗੱਲ ਹੈ, ਉਹ ਤਾਂ ਸਾਰਿਆਂ ਦੇ ਬਾਦਸ਼ਾਹ ਹੁੰਦੇ ਹਨ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ। ਜਿਹੜੇ ਪ੍ਰਭੂ ਜੀ ਨੂੰ ਸਿਮਰਦੇ ਹਨ ਉਹ ਸੁਖਾਂ ਵਿੱਚ ਵਸਦੇ ਹਨ। ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਅਤੇ ਅਬਿਨਾਸੀ ਹੋ ਜਾਂਦੇ ਨੇ, ਭਾਵ ਬਿਨਸਦੇ ਨਹੀਂ, ਜੰਮਣ ਮਰਨ ਤੋਂ ਆਤਮਿਕ ਤੌਰ ਤੇ ਰਹਿਤ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ। ਸਾਹਿਬ ਸੱਚੇ ਪਾਤਸ਼ਾਹ ਇਸ ਪੰਜਵੇਂ ਪਦ ਦੇ ਅਖੀਰ ਤੇ ਕਹਿੰਦੇ ਨੇ, ਸਿਮਰਨ ਨਾਲ ਉਹ ਜੁੜਦਾ ਹੈ, ਵਾਹਿਗੁਰੂ ਨਾਲ ਉਹ ਜੁੜਦਾ ਹੈ ਜਿਸ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਦਇਆ ਹੁੰਦੀ ਹੈ। ਨਾਨਕ ਜਨ ਕੀ ਮੰਗੈ ਰਵਾਲਾ। ਅਸੀਂ ਰਵਾਲ ਮੰਗਦੇ ਹਾਂ, ਅਸੀਂ ਧੂੜ ਮੰਗਦੇ ਹਾਂ ਜਨ ਦੀ, ਉਹਨਾਂ ਗੁਰਮੁਖਾਂ ਦੀ, ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਦੇ ਉੱਪਰ ਗੁਰੂ ਪਰਮੇਸ਼ਰ ਮਿਹਰਬਾਨ ਹੋ ਗਏ ਨੇ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਪਰਉਪਕਾਰੀ ਬਣ ਜਾਂਦੇ ਹਨ। ਭਾਵ ਹੈ ਇਸ ਦਾ ਕਿ ਵਾਹਿਗੁਰੂ ਨੂੰ ਸਿਮਰਨ ਕਰਨ ਵਾਲਾ ਜਿਹੜਾ ਮਨੁੱਖ ਹੈ ਇਸ ਪੱਖੋਂ ਚੇਤੰਨ ਹੋਵੇ ਕਿ ਉਸ ਦੇ ਅੰਦਰ ਇਸ ਸੋਚ ਦਾ ਵਿਕਾਸ ਹੋਣਾ ਚਾਹੀਦਾ ਹੈ, ਇਸ ਬਿਰਤੀ ਦਾ ਵਿਕਾਸ ਹੋਣਾ ਚਾਹੀਦਾ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨਾ, ਕੇਵਲ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਕੇਵਲ ਮਾਤਰ ਨਹੀਂ ਹੈ, ਬਲਕਿ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਦੇ ਅੰਦਰ ਪਰਉਪਕਾਰ ਵਾਲੀ ਬਿਰਤੀ ਦਾ ਜਾਗਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਉਹ ਮੂੰਹ ਸੋਹਣੇ ਹਨ ਜਿਹੜੇ ਵਾਹਿਗੁਰੂ ਨੂੰ ਚੇਤੇ ਕਰਦੇ ਹਨ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜਿਹੜੇ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਨੇ, ਪ੍ਰਭੂ ਨੂੰ ਚੇਤੇ ਕਰਦੇ ਨੇ, ਤਿਨ ਸੂਖ ਬਿਹਾਵੈ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਉਹਨਾਂ ਦੀ ਉਮਰ ਹੈ, ਉਹ ਸੁਖ ਵਿੱਚ ਗੁਜ਼ਰਦੀ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਉਹਨਾਂ ਦੀ ਜਿਹੜੀ ਜੀਵਨ ਰੀਤੀ ਹੈ ਨਾ ਉਹ ਨਿਰਮਲ ਹੋ ਜਾਂਦੀ ਹੈ, ਮਲ ਤੋਂ ਰਹਿਤ ਹੋ ਜਾਂਦੀ ਹੈ, ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦੀ ਹੈ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ। ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਨੇ। ਪ੍ਰਭ ਕੋ ਸਿਮਰਹਿ ਬਸੈ ਹਰਿ ਨੇਰੇ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਜਿਉਂ-ਜਿਉਂ ਚੇਤੇ ਕਰਦੇ ਨੇ ਤਿਉਂ-ਤਿਉਂ ਉਹਨਾਂ ਦੀ ਵਾਹਿਗੁਰੂ ਜੀ ਦੇ ਨਾਲ ਨੇੜਤਾ ਬਣਦੀ ਹੈ। ਸੰਤ ਕਿਰਪਾ ਤੇ ਅਨਦਿਨ ਜਾਗ। ਗੁਰੂ ਕਿਰਪਾ ਦੇ ਸਦਕਾ ਹਰ ਵੇਲੇ ਸਿਮਰਨ ਦੀ ਜਾਗ ਆ ਜਾਂਦੀ ਹੈ, ਭਾਵ ਜਾਗ ਆ ਸਕਦੀ ਹੈ। ਨਾਨਕ ਸਿਮਰਨ ਪੂਰੈ ਭਾਗ। ਸਿਮਰਨ ਦੀ ਦਾਤ ਜਿਹੜੀ ਹੈ ਨਾ ਇਹ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ, ਭਾਵ ਕਰਤਾਰ ਹੀ ਕਿਰਪਾ ਕਰੇ, ਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਹੋਵੇ ਤੇ ਫਿਰ ਮਨੁੱਖ ਜਿਹੜਾ ਹੈ ਨਾ ਇਹੋ ਜਿਹੀ ਬਿਰਤੀ ਲੈ ਕੇ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ। ਪ੍ਰਭ ਕੈ ਸਿਮਰਨ ਕਾਰਜ ਪੂਰੇ। ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਸਾਰੇ ਕੰਮ ਪੂਰੇ ਹੋ ਜਾਣ ਤੋਂ ਕੀ ਭਾਵ ਹੈ, ਉਸ ਦੇ ਅੰਦਰ ਕੋਈ ਇਹੋ ਜਿਹੀ ਲੋੜ ਰਹਿ ਹੀ ਨਹੀਂ ਜਾਂਦੀ ਜਿਸ ਨੂੰ ਅਸੀਂ ਅਧੂਰੀ ਲੋੜ ਆਖੀਏ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਉਹ ਕਦੀ ਝੁਰਦਾ ਨਹੀਂ ਹੈ, ਕਦੀ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਹਰ ਵੇਲੇ ਉਹ ਵਾਹਿਗੁਰੂ ਦੇ ਜਿਹੜੇ ਗੁਣ ਨੇ, ਅਕਾਲ ਪੁਰਖ ਦੇ ਗੁਣ ਨੇ, ਉਹਨਾਂ ਨੂੰ ਉਹ ਗਾਉਂਦਾ ਰਹਿੰਦਾ ਹੈ, ਚੇਤੇ ਕਰਦਾ ਰਹਿੰਦਾ ਹੈ। ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਅਤੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਪ੍ਰਭ ਕੈ ਸਿਮਰਨ ਨਿਚਲੇ ਆਸਣ। ਸਦਾ ਟਿਕਿਆ ਰਹਿੰਦਾ ਹੈ। ਜਿਹੜੇ ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਨੇ, ਮਨ ਕਰਕੇ ਜਾਂ ਇਉਂ ਕਹਿ ਲਓ ਆਤਮਾ ਕਰਕੇ, ਉਹ ਸਹਿਜ ਵਿੱਚ ਰਹਿੰਦੇ ਨੇ, ਅਡੋਲ ਰਹਿੰਦੇ ਨੇ। ਪ੍ਰਭ ਕੈ ਸਿਮਰਨ ਕਮਲ ਬਿਗਾਸਣ। ਕੇਵਲ ਅਡੋਲ ਹੀ ਨਹੀਂ ਰਹਿੰਦੇ, ਉਹ ਤਾਂ ਸਦਾ ਖੇੜੇ ਵਿੱਚ ਰਹਿੰਦੇ ਨੇ, ਜਿਹਨੂੰ ਅਸੀਂ ਅੱਜ ਦੀ ਬੋਲੀ ਵਿੱਚ ਚੜ੍ਹਦੀ ਕਲਾ ਆਖਦੇ ਹਾਂ, ਆਨੰਦ ਆਖਦੇ ਹਾਂ। ਪ੍ਰਭ ਕੈ ਸਿਮਰਨ ਅਨਹਦ ਚੁਹੰਕਾਰ। ਤੇ ਹਰ ਵੇਲੇ ਅਨਹਦ ਸਦਾ ਚੱਲਦੇ ਰਹਿਣ ਵਾਲੀ ਚੁਨਕਾਰ। ਚੁਨਕਾਰ ਤੋਂ ਭਾਵ ਹੈ ਰਸੀਲੀ ਮਿੱਠੀ ਜੀ ਆਵਾਜ਼। ਅੰਦਰ ਦਾ ਇੱਕ ਇਹੋ ਜਿਹਾ ਆਨੰਦ ਉਹਨਾਂ ਦੇ ਅੰਦਰ ਬਣਿਆ ਰਹਿੰਦਾ ਹੈ, ਜਿਸ ਆਨੰਦ ਦਾ, ਜਿਸ ਸੁਖ ਦੇ ਬਾਬਤ ਕਹਿੰਦੇ ਨੇ ਪਾਤਸ਼ਾਹ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਉਸ ਪ੍ਰਭੂ ਸਿਮਰਨ ਦੇ ਸੁਖ ਦਾ ਕਿਸੇ ਤਰ੍ਹਾਂ ਅੰਤ ਜਿਹੜਾ ਹੈ ਪਾਇਆ ਹੀ ਨਹੀਂ ਜਾ ਸਕਦਾ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ। ਪਰ ਸਿਮਰਦੇ ਕੌਣ ਹਨ? ਜਿਨ੍ਹਾਂ ਦੇ ਉੱਪਰ ਪ੍ਰਭੂ ਜੀ ਦੀ ਮਾਇਆ, ਮਾਇਆ ਭਾਵ ਹੈ ਕਿਰਪਾ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਮਾਇਆ ਕਿਰਪਾ ਹੋਵੇ, ਦਇਆ ਹੋਵੇ, ਮਿਹਰ ਹੋਵੇ, ਜਿਨ੍ਹਾਂ ਦੇ ਉੱਪਰ ਹੋ ਗਈ ਹੈ,
ਨਾਨਕ ਤਿਨ ਜਨ ਸ਼ਰਣੀ ਪਿਆ। ਅਸੀਂ ਉਹਨਾਂ ਦੀ ਸ਼ਰਨ ਪੈਂਦੇ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਪਹਿਲੀ ਅਸ਼ਟਪਦੀ ਦਾ ਅਖੀਰਲਾ ਪਦ। ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਵਿੱਤਰ ਰਚਨਾ ਦੇ ਵਿੱਚ, ਮਨੋਹਰ ਰਚਨਾ ਵਿੱਚ ਜ਼ਿਕਰ ਕਰਦੇ ਨੇ। ਕਹਿੰਦੇ ਨੇ, ਯਾਦ ਰੱਖਿਓ ਜੇ ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿਤਨੇ ਵੀ ਭਗਤ ਪ੍ਰਸਿੱਧ ਹੋਏ ਨੇ, ਚਾਹੇ ਕਬੀਰ ਜੀ, ਚਾਹੇ ਰਵਿਦਾਸ ਜੀ, ਚਾਹੇ ਹੋਰ ਇਸ ਯੁੱਗ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ, ਉਹਨਾਂ ਸਾਰਿਆਂ ਦੇ ਪ੍ਰਗਟ ਹੋਣ ਦਾ ਜਿਹੜਾ ਸਾਧਨ ਸੀ ਨਾ, ਜਿਸ ਦੇ ਸਬਬ ਦੇ ਨਾਲ ਪ੍ਰਗਟ ਹੋਏ, ਉਹ ਧਨ ਜਾਂ ਹੋਰ ਕੁਛ ਨਹੀਂ ਸੀ, ਬਲਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ। ਪ੍ਰਭੂ ਦਾ ਸਿਮਰਨ ਕਰਕੇ ਹੀ ਜਿਹੜੇ ਭਗਤ ਨੇ ਇਹ ਪ੍ਰਸਿੱਧ ਹੋਏ, ਪ੍ਰਸਿੱਧ ਹੁੰਦੇ ਹਨ। ਹਰ ਸਿਮਰਨ ਲਗ ਭੇਦ ਉਪਾਏ। ਤੇ ਜਿਹੜੇ ਰਿਸ਼ੀ ਮੁਨੀਆਂ ਨੇ ਧਰਮ ਗ੍ਰੰਥ ਵੀ ਲਿਖੇ, ਇਹ ਵੀ ਉਸ ਵਾਹਿਗੁਰੂ ਦੇ ਨਾਲ ਜੁੜ ਕੇ, ਜਿਸ ਵੇਲੇ ਸਿਮਰਤੀ ਨੇ ਵਿਕਾਸ ਕੀਤਾ, ਧਿਆਨ ਨੇ ਵਿਕਾਸ ਕੀਤਾ, ਗਿਆਨ ਨੇ ਵਿਕਾਸ ਕੀਤਾ, ਤਾਂ ਫਿਰ ਉਹਨਾਂ ਨੇ ਧਰਮ ਗ੍ਰੰਥ ਲਿਖੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਸਿਮਰਨ ਦੇ ਦੁਆਰਾ ਹੀ, ਸਿਮਰਨ ਦੇ ਰਾਹੀਂ ਹੀ ਜਿਹੜੇ ਸਾਧਕ ਮਨੁੱਖ ਸਨ ਨਾ, ਇੱਕ ਦਿਨ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ। ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਤੇ ਸਿਮਰਨ ਦੀ ਬਰਕਤ ਹੈ ਕਿ ਜਿਹੜੇ ਸਮਾਜ ਦੇ ਵਿੱਚ ਨੀਚ ਕਹੇ ਜਾਣ ਵਾਲੇ ਸਨ ਨਾ, ਉਹ ਚਾਰੇ ਕੁੰਟਾਂ ਵਿੱਚ ਜਾਣੇ ਗਏ। ਜਿਵੇਂ ਸਾਹਿਬ ਜੀ ਹੋਰ ਥਾਈਂ ਵੀ ਫਰਮਾਨ ਕਰਦੇ ਨੇ, ਨੀਚ ਜ਼ਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਹਰ ਸਿਮਰਨ ਧਾਰੀ ਸਭ ਧਰਨਾ। ਸਤਿਗੁਰੂ ਪਾਤਸ਼ਾਹ ਤਾਂ ਅੱਗੇ ਚੱਲ ਕੇ ਇਸ ਤਰ੍ਹਾਂ ਵੀ ਫਰਮਾਨ ਕਰ ਰਹੇ ਨੇ। ਕਹਿੰਦੇ ਨੇ, ਅਸਲ ਵਿੱਚ ਜਿਹੜਾ ਹਰੀ ਦਾ ਸਿਮਰਨ ਹੈ ਨਾ, ਹਰੀ ਦੀ ਯਾਦ ਹੈ, ਹਰੀ ਦਾ ਨਾਮ ਹੈ, ਉਹ ਇੱਕ ਇਸ ਪ੍ਰਕਾਰ ਦੀ ਸ਼ਕਤੀ ਹੈ ਜਿਸ ਸ਼ਕਤੀ ਨੇ ਸਾਰੀ ਸ੍ਰਿਸ਼ਟੀ ਨੂੰ ਸੰਭਾਲਿਆ ਹੋਇਆ ਹੈ। ਇਸ ਸ੍ਰਿਸ਼ਟੀ ਦਾ ਆਧਾਰ ਹੋਰ ਕੁਛ ਨਹੀਂ ਹੈ। ਇਸ ਸ੍ਰਿਸ਼ਟੀ ਦਾ ਟਿਕੇ ਰਹਿਣ ਦਾ ਆਧਾਰ ਕੇਵਲ ਵਾਹਿਗੁਰੂ ਦੀ ਯਾਦ ਹੈ। ਸਿਮਰ ਸਿਮਰ ਹਰ ਕਾਰਨ ਕਰਨਾ। ਸਿਮਰ ਸਿਮਰ ਕੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਤੁਸੀਂ ਸਦਾ ਹੀ ਆਪਣੇ ਜੀਵਨ ਨੂੰ ਅਗਰ ਆਨੰਦਦਾਈ ਬਣਾਉਣਾ ਚਾਹੁੰਦੇ ਹੋ, ਤੁਸੀਂ ਵੀ ਸਦਾ ਟਿਕੇ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਵਾਹਿਗੁਰੂ ਨੂੰ, ਕਾਰਨ ਨੂੰ ਸਦਾ ਚੇਤੇ ਕਰੋ। ਹਰ ਸਿਮਰਨ ਕੀਓ ਸਗਲੇ ਆਕਾਰਾ। ਸਾਰਾ ਜਗਤ ਜਿਹੜਾ ਹੈ ਨਾ, ਇਹ ਉਸ ਸਿਮਰਨ ਦਾ ਹੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਸਾਰਾ ਕੁਛ, ਸਾਰਾ ਆਕਾਰ ਉਸੇ ਤੋਂ ਹੀ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਨਿਰੰਕਾਰ ਜੋ ਕਰਤਾਰ ਵਾਹਿਗੁਰੂ ਹੈ, ਇਹ ਉੱਥੇ ਵਸਦਾ ਹੈ ਜਿੱਥੇ ਉਸ ਦਾ ਸਿਮਰਨ ਹੈ, ਜਿੱਥੇ ਉਸ ਦੀ ਯਾਦ ਹੈ। ਭਾਵ ਕੀ ਹੈ ਕਿ ਯਾਦ ਕਰਨ ਦੇ ਨਾਲ ਵਾਹਿਗੁਰੂ ਜੀ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੋ ਜਾਂਦਾ ਹੈ। ਹਰ ਅਸ਼ਟਪਦੀ ਦੀਆਂ ਅਖੀਰਲੀਆਂ ਇਹ ਦੋ ਪੰਕਤੀਆਂ, ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਪਰ ਹਰੀ ਸਿਮਰਨ ਪਾਇਆ ਕਿਸ ਨੇ? ਗੁਰੂ ਦੇ ਪਾਸੋਂ ਆ ਕੇ ਇਹ ਸਿੱਧ ਕਿਸ ਨੂੰ ਪ੍ਰਾਪਤ ਹੋਈ? ਜਿਸ ਦੇ ਉੱਪਰ ਪਰਮੇਸ਼ਰ ਦੀ, ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੋਈ।